ਅੱਜ ਤੁਸੀਂ ਕਹਿੰਦੇ ਮੈਂ ਸਪੈਸ਼ਲ ਇਨਵਾਈਟਿੰਗ ਵੀ ਬੁਲਾ ਲਿਆ। ਤੇ ਫਿਰ ਬਾਰ ਸਾਹਿਬ ਹੁਣ ਕੀ ਲੋੜ ਪੈ ਗਈ ਸੀ? ਹੁਣ ਕੋਈ ਗੱਲ ਨਹੀਂ, ਜੇ ਤੁਸੀਂ ਮੀਟਿੰਗ ਆਪਣੀ ਕਰਨੀ ਤੁਸੀਂ ਕਰੋ ਆਪਣੇ ਕਮਰੇ ਜਾ ਕੇ। ਇੱਥੇ ਪਹਿਲੇ ਮੀਟਿੰਗ ਰੱਖੀ ਹੋਈ ਹੈ ਐਗਜ਼ੈਕਟਿਵ ਦੀ। ਕਮਾਲ ਆ ਯਾਰ, ਪ੍ਰਧਾਨ ਨੇ ਕਾਲ ਕੀਤੀ ਮੀਟਿੰਗ। ਪ੍ਰਧਾਨ ਰੈਜ਼ੀਗਨੇਸ਼ਨ ਦੇ ਚੁੱਕਿਆ। ਤੁਹਾਡੀ ਬਾਤ ਜੋ ਹੋਈ ਹੈ ਉਹ ਹੈ ਜਾਂ ਨਹੀਂ ਹੈ ਉਹ ਬਾਅਦ ਵਿੱਚ ਡਿਸਕਸ ਕਰਾਂਗੇ। ਕੋਈ ਨਹੀਂ ਕਰਾਂਗੇ। ਉਹ ਡਿਸਕਸ ਕਰਾਂਗੇ। ਨਹੀਂ ਤੁਹਾਡੀ ਵਾਲੀ ਜਿਹੜੀ ਹੈ ਮੀਟਿੰਗ ਹੈ ਜਾਂ ਨਹੀਂ ਹੈ ਬਾਅਦ ਦੀ ਗੱਲ ਹੈ। ਬਾਅਦ ਕਰਾਂਗੇ ਅਸੀਂ। ਇਹ ਕਰਦੀ ਤੇ ਅਸੀਂ ਇਹਨੂੰ ਜਿਹੜੀ ਕਾਲ ਕੀਤੀ ਗਈ ਹੈ ਉਹਦੀ ਮੀਟਿੰਗ ਹੈਗੀ ਹੈ ਐਗਜ਼ੈਕਟਿਵ ਦੀ, ਔਰ ਐਗਜ਼ੈਕਟਿਵ ਦੇ ਮੈਂਬਰ ਬਿਨਾਂ 3 ਬੰਦੇ ਸਪੈਸ਼ਲ ਇਨਵਾਈਟੀ ਹੈਗੇ ਨੇ। ਸਰਦਾਰ ਹਰਮਨਜੀਤ ਸਿੰਘ ਜੀ, ਸਰਦਾਰ ਅਵਤਾਰ ਸਿੰਘ ਜੀ ਤੇ ਸਰਦਾਰ ਤਰਵਿੰਦਰ ਸਿੰਘ ਬਾਰਵਾ। ਉਹਦੇ ਇਲਾਵਾ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਬਾਹਰ ਚਲੇ ਜਾਓ। ਦੇਖੋ ਮੈਂ ਇੱਕ ਗੱਲ ਹੈ ਕਿ ਅਗਰ ਇਹ ਖਲਲ ਪਾਣੀ ਹੈ ਤੇ ਗੱਲ ਵੱਖਰੀ ਹੈ। ਜੇ ਤੁਸੀਂ ਕਰਨੀ ਨਹੀਂ ਕੋਈ ਗੱਲ ਨਹੀਂ, ਕੋਈ ਨਹੀਂ ਹੈਗੀ। ਤੁਸੀਂ ਕੋਈ ਮੀਟਿੰਗ ਕਰੋਗੇ ਕੋਈ ਗੱਲ ਨਹੀਂ ਕਰ ਲੈਂਦੇ ਅਸੀਂ ਵੱਖਰੀ। ਅਸੀਂ ਪਹਿਲਾਂ ਇਹਦਾ ਕਰਦੇ ਆਂ, ਪਹਿਲਾਂ ਅਸੀਂ ਬੈਠ ਲਈਏ ਫਿਰ ਆਪਾਂ ਫੈਸਲਾ ਕਰ ਲੈਂਦੇ ਕਿਹੜੇ ਫੈਸਲਾ ਕਰਾਂਗੇ। ਚਲੋ ਬੈਠ ਕੇ ਗੱਲ ਕਰ ਲਓ। ਨਹੀਂ ਇਦਾਂ ਨਹੀਂ, ਪਹਿਲਾਂ ਐਗਜ਼ੈਕਟਿਵ ਦੇ ਮੈਂਬਰ ਬੈਠਣਗੇ ਆਪਾਂ ਕਰ ਲੈਂਦੇ ਫੈਸਲਾ ਕਰਾਂਗੇ। ਅੱਜ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਐਗਜ਼ੈਕਟਿਵਾਂ ਦੀ ਬੈਠਕ ਹੋਈ ਸੀ, ਜਿਸ ਵਿੱਚ ਸ਼ੁਰੂਆਤ 'ਚ ਹੀ ਹਰਮੀਤ ਸਿੰਘ ਕਾਲਕਾ ਅਤੇ ਮਨਜਿੰਦਰ ਸਿੰਘ ਸਿਰਸਾ ਦੇ ਧੜੇ ਦੇ ਮੈਂਬਰ ਆਮੋ ਸਾਹਮਣੇ ਹੋ ਗਏ ਅਤੇ ਬੈਠਕ ਨੂੰ ਲੈ ਕੇ ਤਿੱਖੀ ਬਹਿਸ ਛਿੜ ਗਈ, ਜੋ ਕਿ ਵੀਡੀਓ ਦੇ ਵਿੱਚ ਸਾਫ਼ ਸੁਣਾਈ ਦੇ ਰਹੀ ਆ। ਦੂਜੇ ਪਾਸੇ ਕੁਲਵੰਤ ਸਿੰਘ ਬਾਠ ਨੂੰ ਦਿੱਲੀ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਅਤੇ ਉਹਨਾਂ ਨੂੰ ਅਹੁਦਾ ਦੇ ਦਿੱਤਾ ਗਿਆ। ਪਰ ਇਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਉਹਨਾਂ ਨੇ ਸਾਫ਼ ਸ਼ਬਦਾਂ 'ਚ ਇਹ ਗੱਲ ਕਹੀ ਹੈ ਕਿ ਬਾਠ ਨੂੰ ਪ੍ਰਧਾਨ ਬਣਾਇਆ ਹੀ ਨਹੀਂ ਜਾ ਸਕਦਾ, ਕਿਉਂਕਿ ਹਾਲੇ ਤੱਕ ਮਨਜਿੰਦਰ ਸਿੰਘ ਸਿਰਸਾ ਦਾ ਪਹਿਲਾਂ ਦਿੱਤਾ ਹੋਇਆ ਅਸਤੀਫਾ ਜਨਰਲ ਹਾਊਸ ਵੱਲੋਂ ਹੀ ਪ੍ਰਵਾਨ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕਿਹਨੂੰ ਪ੍ਰਧਾਨ ਬਣਾਉਣਾ ਅਤੇ ਕਿਹਨੂੰ ਨਹੀਂ ਬਣਾਉਣਾ ਤੇ ਕਦੋਂ ਬਣਾਉਣਾ ਉਹ ਜਨਰਲ ਹਾਊਸ ਦੇ ਹੱਥ ਵਿੱਚ ਹੁੰਦਾ ਹੈ। ਸੋ ਬਾਠ ਨੂੰ ਪ੍ਰਧਾਨ ਨਾ ਤਾਂ ਬਣਾਇਆ ਜਾ ਸਕਦਾ ਅਤੇ ਉਨੀ ਦੇਰ ਤੱਕ ਮੈਂ ਹੀ ਪ੍ਰਧਾਨ ਵੱਜੂੰਗਾ। ਹੋਰ ਕੀ ਕੁਝ ਕਹਿਣਾ ਮਨਜਿੰਦਰ ਸਿੰਘ ਸਿਰਸਾ ਦਾ ਤੇ ਕੀ ਕੁਝ ਹੋਇਆ ਇਸ ਕਮਰੇ ਦੇ ਵਿੱਚ ਦੇਖ ਲੈਂਦੇ ਹਾਂ। ਇੱਕ ਮੀਟਿੰਗ ਬੁਲਾਉਣ ਦੀ ਪਰਸੋਂ ਚਿੱਠੀ ਕੱਢੀ ਗਈ ਔਰ ਉਸ ਦੀ ਅੱਜ ਮੀਟਿੰਗ ਵਾਸਤੇ ਅਸੀਂ ਇੱਥੇ ਇਕੱਠੇ ਹੋਏ। ਜਦੋਂ ਇੱਥੇ ਮੀਟਿੰਗ ਕਰਨ ਲੱਗੇ ਤੇ ਸਰਦਾਰ ਹਰਮੀਤ ਸਿੰਘ ਕਾਲਕਾ ਇੱਥੋਂ ਉੱਠ ਕੇ ਚਲੇ ਗਏ। ਉਹਨਾਂ ਇਸ ਮੀਟਿੰਗ 'ਚ ਪਾਰਟਿਸਿਪੇਟ ਕਰਨ ਨੂੰ ਮਨਾ ਕਰ ਦਿੱਤਾ, ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਡਾਇਰੈਕਟਰ ਗੁਰਦੁਆਰਾ ਇਲੈਕਸ਼ਨਸ ਵੱਲੋਂ ਇੱਕ ਕਲੈਰੀਫਿਕੇਸ਼ਨ ਆਈ ਆ ਜਿਹੜੀ ਮੈਂ ਤੁਹਾਨੂੰ ਪੜ੍ਹ ਕੇ ਦੱਸਣਾ ਚਾਹੁੰਦਾ। ਅਸੀਂ ਉਹਨੂੰ ਦੱਸਿਆ ਕਿ ਉਹਨਾਂ ਦਾ ਕਲੈਰੀਫਿਕੇਸ਼ਨ ਜਿਹੜਾ ਕਿਹਾ ਹੈ, ਸਿੰਸ ਦੀ ਰੈਜ਼ਿਗਨੇਸ਼ਨ ਸਟੈਂਡਸ ਵਿਡਰਾਨ ਦੇਰ ਇਜ਼ ਨੋ ਕੁਐਸਚਨ ਆਫ ਇਟ ਬੀਇੰਗ ਐਕਸੈਪਟਡ ਐਟ ਦਿਸ ਸਟੇਜ, ਕਿਉਂਕਿ ਰੈਜ਼ਿਗਨੇਸ਼ਨ ਜਿਹੜਾ ਹੈ ਉਹ ਜਨਰਲ ਹਾਊਸ ਹੀ ਐਕਸੈਪਟ ਕਰ ਸਕਦਾ ਹੈ। ਇਸ ਕਰਕੇ ਇਹ ਵਿਡਰਾ ਕੀਤਾ ਗਿਆ ਹੈ ਔਰ ਇਹ ਐਕਸੈਪਟਡ ਇਸ ਸਟੇਜ ਤੇ ਨਹੀਂ ਹੋ ਸਕਦਾ ਜਨਰਲ ਹਾਊਸ ਵੱਲੋਂ ਵੀ। ਐਗਜ਼ੈਕਟਿਵ ਦੀ ਤਾਂ ਗੱਲ ਛੱਡੋ। ਦੂਜੀ ਗੱਲ 'ਚ ਲਿਖਿਆ ਗਿਆ ਇਟ ਇਜ਼ ਅ ਕਮੇਟੀ ਮਤਲਬ ਜਨਰਲ ਹਾਊਸ which has a power to remove an office bearer as laid in the section 13(2) and 13(3). Logically, once the incumbent office bearer is removed, ਜਿਹੜਾ ਇਨਕੰਬੈਂਟ ਜਿਹੜਾ ਆਊਟਗੋਇੰਗ ਆ ਉਹਨੂੰ ਰਿਮੂਵ ਕੀਤਾ ਜਾਵੇ, ਦੀ ਪ੍ਰੋਸੈਸ ਆਫ ਇਲੈਕਟਿੰਗ ਨੋਮੀਨੇਟਿੰਗ ਐਜ਼ ਅ ਨਿਊ ਆਫਿਸ ਬੀਅਰ ਸ਼ੁੱਡ ਸਟਾਰਟ। ਜਦੋਂ ਤੱਕ ਜਿਹੜਾ ਬੈਠਾ ਹੈ ਜਦੋਂ ਤੱਕ ਉਹਨੂੰ ਰਿਮੂਵ ਨਾ ਕੀਤਾ ਜਾਵੇ ਜਾਂ ਉਹਨੂੰ ਕਰ ਦਿੱਤਾ ਜਾਵੇ, ਉਦੋਂ ਬਾਅਦ ਹੀ ਅਗਲਾ ਪ੍ਰੋਸੈਸ ਸਟਾਰਟ ਹੋ ਸਕਦਾ ਹੈ, ਕਿਉਂਕਿ ਮੈਨੂੰ ਰਿਮੂਵ ਨਹੀਂ ਕੀਤਾ ਗਿਆ ਜਨਰਲ ਹਾਊਸ ਵੱਲੋਂ। ਦੂਜੀ ਗੱਲ ਲਾਸਟ ਕਿਹਾ ਉਹਨਾਂ ਕਿਹਾ ਜਿਹੜੀ ਟਰਮ ਐਗਜ਼ੈਕਟਿਵ ਬੋਰਡ ਦੀ ਇਹ 29/9 ਨੂੰ ਖਤਮ ਹੋ ਚੁੱਕੀ ਆ। ਫਰਦਰ ਵਾਸਤੇ ਟੂ ਦੀ ਫਰਦਰ ਐਕਸਟੈਂਸ਼ਨ ਇਜ਼ ਆਲਰੇਡੀ ਅੰਡਰ ਸਬਮਿਸ਼ਨ ਟੂ ਦੀ ਆਨਰੇਬਲ LG। In the absence of the required extension, ਜਦੋਂ ਤੱਕ extension ਨਹੀਂ ਮਿਲਦੀ, the validity of the action of executive board at this stage may be liable to be called in question। ਅਗਰ ਤੁਸੀਂ ਹੋਰ ਵੀ ਇਹਨਾਂ ਫੈਸਲਿਆਂ ਤੋਂ ਇਲਾਵਾ ਪ੍ਰਧਾਨ ਨੂੰ ਹਟਾਉਣਾ, ਪ੍ਰਧਾਨ ਦੀ ਪਾਵਰ ਨੂੰ ਦੇਣ ਦੇ ਇਲਾਵਾ ਵੀ ਕੋਈ ਫੈਸਲਾ ਲੈਂਦੇ ਜੇ, ਉਹ ਵੀ ਸਵਾਲਾਂ ਦੇ ਘੇਰੇ 'ਚ। ਅਸੀਂ ਉਹ 'ਚ ਫਿਰ ਦੁਬਾਰਾ ਉਹਨਾਂ ਨੂੰ ਪੁੱਛਿਆ ਵੀ ਇਹ ਕਲੈਰਿਟੀ ਦੇ ਦਿਓ ਕਿ ਜਿਹੜਾ ਪਾਵਰ ਕਿਸੇ ਨੂੰ ਡੈਲੀਗੇਟ ਕੀਤੀ ਜਾ ਸਕਦੀ ਆ, ਇਹਦੇ ਅੰਦਰ ਵੀ ਕੋਰਟ ਦਾ ਆਰਡਰ ਆ ਕਿ ਕਿਸੇ ਨੂੰ ਪਾਵਰ ਡੈਲੀਗੇਟ ਨਹੀਂ ਕੀਤੀ ਜਾ ਸਕਦੀ, ਪਰ ਉਹਨਾਂ ਨੇ ਫਰਦਰ ਕਲੈਰੀਫਿਕੇਸ਼ਨ ਹੁਣੇ ਭੇਜੀ ਆ। ਉਹਨੇ ਕਿਹਾ ਵਿਦ ਰੈਫਰੈਂਸ ਟੂ ਯੂਰ ਮੇਲ ਡੇਟਡ ਸੋ ਐਂਡ ਸੋ ਟੂ ਪ੍ਰੋਵਾਈਡ ਦੀ ਫਰਦਰ ਕਲੈਰੀਫਿਕੇਸ਼ਨ ਔਨ ਦੀ ਪੁਆਇੰਟ ਨੰਬਰ 2 ਇਨ ਦਿਸ ਰਿਗਾਰਡ। ਇਸ ਰਿਗਾਰਡ 'ਚ ਅਸੀਂ ਰੀਟਰੇਟ ਕਰਦੇ ਦੁਬਾਰਾ ਕਹਿਣਾ ਚਾਹੁੰਦੇ ਹਾਂ, ਐਜ਼ ਪਰ ਦੀ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਸੈਕਸ਼ਨ 17(2) ਐਨ ਆਫਿਸ ਬੀਅਰਰ ਔਰ ਐਨੀ ਅਦਰ ਮੈਂਬਰ, ਆਫਿਸ ਬੀਅਰਰ ਵੀ ਜਾਂ ਹੋਰ ਵੀ ਕਿਸੇ ਮੈਂਬਰ ਦੀ ਪਾਵਰ ਔਰ ਅਦਰ ਮੈਂਬਰ ਐਗਜ਼ੈਕਟਿਵ ਬੋਰਡ ਦੀ ਪਾਵਰ may be removed by the resolution of committee। ਜਿਹੜੀ ਕਮੇਟੀ ਆ, ਜਿਹੜਾ ਜਨਰਲ ਹਾਊਸ ਆ,
ਉਹਦੇ ਰੈਜ਼ੋਲੂਸ਼ਨ ਨਾਲ ਹੀ ਕੀਤੀ ਜਾ ਸਕਦੀ ਆ ਐਂਡ ਉਹ ਵੀ ਉਦੋਂ ਜਦੋਂ ਪਾਸਡ ਬਾਏ 3/4 ਮੈਜੋਰਟੀ ਆਫ ਦੀ ਟੋਟਲ ਨੰਬਰ, 3/4 ਟੋਟਲ ਨੰਬਰ ਆਫ ਮੈਂਬਰ ਹੋਣ ਤਾਂ ਉਸ ਦੀ ਅਥਾਰਟੀ ਨੂੰ ਛੇੜਿਆ ਜਾ ਸਕਦਾ। ਮੈਨੂੰ ਬੜੀ ਖੁਸ਼ੀ ਆ ਕਿ ਨਵੇਂ ਜਿਹੜੇ ਦੋਸਤ ਬਣੇ ਨੇ ਸਤਾਰਾ ਰਮੀਤ ਸਿੰਘ ਕਾਲਕਾ ਜੀ ਦੇ, ਜਿਨ੍ਹਾਂ ਨੂੰ ਰੋਜ਼ ਗਾਲਾਂ ਕੱਢਦੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਵਾਈਸ ਪ੍ਰੈਜ਼ੀਡੈਂਟ ਨੂੰ ਰਿਜ਼ਾਈਨ ਕਰ ਦਿੱਤਾ ਹੈ, ਅੱਜ ਨੂੰ ਕਹਿ ਰਹੇ ਨਹੀਂ ਇਹਨੇ ਰਿਜ਼ਾਈਨ ਨਹੀਂ ਕੀਤਾ, ਸਾਡੇ ਨਾਲ ਰੱਖੋ ਬਾਈ।